ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਐਲਬਰਟਾ ਕੱਲ ਤੋਂ ਸੂਬੇ ਵਿੱਚ ਕਰਨ ਜਾ ਰਿਹਾ ਹੈ ਹੋਰ ਜ਼ਿਆਦਾ ਸਖਤੀ, ਤਾਂ ਮੈਨੀਟੋਬਾ ਵਿੱਚ ਤਾਜ਼ਾ ਲੱਗੀ ਰੋਕ ਦੇ ਬਾਰੇ ਵੀ ਦਵਾਂਗੇ ਜਾਣਕਾਰੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਦੇ ਲਈ ਅੱਜ ਕੀਤਾ ਸੰਦੇਸ਼ ਜਾਰੀ, ਦੱਸਾਂਗੇ ਉਹਨਾਂ ਨੇ ਕੀ ਕਿਹਾ ਤੇ ਨਾਲ ਹੀ ਮਾਨਸਿਕ ਤੰਦਰੁਸਤੀ ਦੇ ਬਾਰੇ ਵੀ ਦਿੱਤਾ ਬਿਆਨ। ਕੈਨੇਡਾ ਸਰਕਾਰ ਨੇ ਬਜ਼ੁਰਗਾਂ ਲਈ ਵਿੱਤੀ ਮਦਦ ਸੰਬੰਧੀ ਜੋ ਕੀਤਾ ਐਲਾਨ, ਉਸ ਦੇ ਬਾਰੇ ਦਵਾਂਗੇ ਜਾਣਕਾਰੀ। ਸਰੀ ਵਿੱਚ ਗੋਲੀ ਲੱਗਣ ਕਰਕੇ 19 ਸਾਲਾ ਨੌਜਵਾਨ ਨੇ ਤੋੜਿਆ ਦਮ, ਤਾਂ ਅੱਜ ਲੈਂਗਲੀ ਵਿੱਚ ਮਾਲ ਦੇ ਬਾਹਰ ਚੱਲੀਆਂ ਗੋਲੀਆਂ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਲਈ ਅਹਿਮ ਜਾਣਕਾਰੀ, ਫੋਨ ਤੇ ਆਵੇਗਾ ਐਮਰਜੈਂਸੀ ਅਲਰਟ। ਤੇ ਵਾਈਟ ਰੌਕ ਘੁੰਮਣ ਦਾ ਹੈ ਵਿਚਾਰ, ਤਾਂ ਡਾਊਨਲੋਡ ਕਰ ਸਕਦੇ ਹੋ ਅਲਰਟੇਬਲ ਐਪਲੀਕੇਸ਼ਨ, ਤਾਂ ਕਿ ਕਿਸੇ ਵੀ ਐਮਰਜੈਂਸੀ ਦੇ ਬਾਰੇ ਪਹਿਲਾਂ ਤੋਂ ਮਿਲ ਸਕੇ ਜਾਣਕਾਰੀ। ਇਸ ਤਰ੍ਹਾਂ ਨਾਲ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਅਲਬਰਟਾ ਦੇ ਬਾਰੇ। ਦਰਅਸਲ ਅਲਬਰਟਾ ਦੇ ਵਿੱਚ ਇੱਕ ਦਿਨ ਦੇ ਵਿੱਚ ਕੋਵਿਡ-19 ਦੇ 2012 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਾਫੀ ਚਿੰਤਾ ਅਧਿਕਾਰੀਆਂ ਦੇ ਵਿੱਚ ਪਾਈ ਗਈ, ਜਿਸ ਤੋਂ ਬਾਅਦ ਅਲਬਰਟਾ ਵਾਸੀਆਂ ਦੇ ਵਾਸਤੇ ਉਹਨਾਂ ਨੇ ਚੇਤਾਵਨੀ ਤਾਂ ਜਾਰੀ ਕੀਤੀ ਹੀ ਹੈ ਤੇ ਨਾਲ ਹੀ ਇਹ ਵੀ ਐਲਾਨ ਕੀਤਾ ਹੈ ਕਿ ਕੱਲ ਉਹਨਾਂ ਦੇ ਵੱਲੋਂ ਇਸ ਸੰਬੰਧੀ ਹੋਰ ਜ਼ਿਆਦਾ ਸਖਤ ਹਦਾਇਤਾਂ ਲਾਗੂ ਕੀਤੀਆਂ ਜਾਣਗੀਆਂ। ਇਸ ਸਮੇਂ ਕੋਵਿਡ-19 ਦੇ ਕਰਕੇ ਕਾਫੀ ਵਪਾਰਾਂ ਦੇ ਉੱਤੇ ਵੀ ਪ੍ਰਭਾਵ ਪਿਆ ਹੋਇਆ ਹੈ ਤੇ ਕਾਫੀ ਜ਼ਿਆਦਾ ਅਜਿਹੇ ਐਲਾਨ ਇਸ ਸਮੇਂ ਅਧਿਕਾਰੀਆਂ ਦੇ ਵੱਲੋਂ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਦੇ ਕਰਕੇ ਕਈ ਵਪਾਰ ਬੰਦ ਵੀ ਹੋਏ ਤੇ ਹੁਣ ਹੋਰ ਜ਼ਿਆਦਾ ਸਖਤੀ ਕੀਤੀ ਜਾਵੇਗੀ। ਅਲਬਰਟਾ ਦੇ ਵਿੱਚ ਜਿੱਥੇ ਇੱਕ ਪਾਸੇ ਕੋਵਿਡ-19 ਦੇ ਟੀਕੇ ਲਗਾਉਣ ਦੀ ਜੋ ਇਸ ਸਮੇਂ ਪ੍ਰਕਿਰਿਆ ਉਹ ਵੀ ਚੱਲ ਰਹੀ ਹੈ, ਤਾਂ ਨਾਲ ਹੀ ਕੋਵਿਡ-19 ਦੇ ਮਾਮਲੇ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਇਸ ਸਮੇਂ ਹੋਰ ਜ਼ਿਆਦਾ ਸਖਤੀ ਕੀਤੀ ਜਾਵੇਗੀ ਤੇ ਨਾਲ ਹੀ ਜਿਹੜੇ ਉਹਨਾਂ ਦੇ ਵੱਲੋਂ ਤਾਜ਼ਾ ਐਲਾਨ ਕੱਲ ਕੀਤੇ ਜਾਣਗੇ, ਉਸ ਦੇ ਬਾਰੇ ਨਾਲ ਹੀ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ। ਤਾਂ ਉਧਰ ਮੈਨੀਟੋਬਾ ਦੇ ਵਿੱਚ ਮੈਨੀਟੋਬਾ ਵਾਸੀਆਂ ਦੇ ਵਾਸਤੇ ਐਲਾਨ ਕੀਤੇ ਗਏ ਨੇ, ਜਿਸ ਦੇ ਵਿੱਚ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਕਿਸੇ ਦੇ ਘਰ ਜਾਂਦਾ ਹੈ ਤਾਂ ਉਹ ਇਜਾਜ਼ਤ ਇਸ ਦੀ ਨਹੀਂ ਹੋਵੇਗੀ। ਇਸ ਦੌਰਾਨ ਖਾਸ ਤੌਰ ਦੇ ਉੱਤੇ ਅਧਿਕਾਰੀਆਂ ਨੇ ਨੋ ਗੈਸਟ ਕਿਹਾ, ਯਾਨੀ ਕਿ ਕੋਈ ਵੀ ਕਿਸੇ ਦੇ ਘਰ, ਜਿਵੇਂ ਕਿ ਕਿਸੇ ਦੇ ਘਰ ਪ੍ਰਾਹੁਣੇ ਆਉਂਦੇ ਨੇ ਤਾਂ ਉਹ ਨਹੀਂ ਜਾ ਸਕਦੇ। ਸਿਰਫ ਹਰ ਕਿਸੇ ਨੂੰ ਆਪਣੇ ਘਰ ਦੇ ਵਿੱਚ ਹੀ ਰਹਿਣ ਦੇ ਲਈ ਕਿਹਾ ਜਾ ਰਿਹਾ ਹੈ ਕਿ ਬੈਕਯਾਰਡ ਦੇ ਵਿੱਚ ਜੇਕਰ ਕੋਈ ਇਕੱਠ ਕੀਤਾ ਜਾਂਦਾ ਹੈ ਉਸ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ। ਇਸ ਦੌਰਾਨ ਜਿਹੜੇ ਉਸ ਘਰ ਦੇ ਵਿੱਚ ਵਿਅਕਤੀ ਰਹਿ ਰਹੇ ਹੋਣਗੇ ਉਹ ਹੀ ਆਪਣੀ ਬੈਕਯਾਰਡ ਦੇ ਵਿੱਚ ਇਕੱਠੇ ਹੋ ਸਕਦੇ ਨੇ। ਉਹਨਾਂ ਤੋਂ ਇਲਾਵਾ ਬਾਹਰ ਤੋਂ ਆਉਣ ਵਾਲੇ ਵਿਅਕਤੀ ਉਹਨਾਂ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਤੇ ਇਸ ਦੇ ਨਾਲ ਹੀ ਗਰਾਜ ਸੇਲ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਇਨਕਾਰ ਕੀਤਾ ਗਿਆ। ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਕਿ ਇਸ ਸਮੇਂ ਜੋ ਹਾਲਾਤ ਬਣੇ ਹੋਏ ਨੇ, ਇਸ ਦੌਰਾਨ ਗਰਾਜ ਸੇਲ ਵੀ ਨਾ ਲਗਾਈ ਜਾਵੇ। ਜੇਕਰ ਕਿਸੇ ਦੇ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਉਹਨਾਂ ਨੂੰ ਫਾਈਨ ਲਗਾਇਆ ਜਾਵੇਗਾ, ਜੇਕਰ ਕਿਸੇ ਦੇ ਵੱਲੋਂ ਗਰਾਜ ਸੇਲ ਇਸ ਮੌਕੇ ਲਗਾਈ ਜਾਂਦੀ ਹੈ। ਮੈਨੀਟੋਬਾ ਵਾਸੀਆਂ ਦੇ ਵਾਸਤੇ ਇਹ ਹਦਾਇਤ ਜਾਰੀ ਕੀਤੀ ਗਈ ਹੈ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਜੋ ਇਸ ਸਮੇਂ ਵੱਧ ਰਹੀ ਹੈ, ਮੌਤਾਂ ਦੀ ਗਿਣਤੀ ਵੀ ਵਧੀ ਹੈ, ਜਿਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਤੋਂ ਸਿਹਤ ਅਧਿਕਾਰੀ ਦੇ ਵੱਲੋਂ ਜਿੱਥੇ ਇੱਕ ਪਾਸੇ ਲੋਕਾਂ ਨੂੰ ਹਦਾਇਤਾਂ ਮੰਨਣ ਦੇ ਵਾਸਤੇ ਕਿਹਾ ਗਿਆ, ਤਾਂ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਵੀ ਟੀਕੇ ਦੇ ਵਾਸਤੇ ਜਿਹੜੀ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੀ ਵਾਰੀ ਆਉਂਦੀ ਹੈ ਤਾਂ ਉਹ ਟੀਕਾ ਲਗਵਾ ਲਿਆ ਜਾਵੇ ਜਿੰਨੀ ਛੇਤੀ ਹੋ ਸਕਦਾ ਹੈ, ਕਿਉਂਕਿ ਇਸ ਸਮੇਂ ਜੋ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਧੀ ਹੈ ਤੇ ਮੌਤਾਂ ਦੀ ਗਿਣਤੀ ਵੀ ਵਧੀ ਹੈ, ਉਸੇ ਕਰਕੇ ਕਾਫੀ ਜ਼ਿਆਦਾ ਜੋ ਮਾੜਾ ਪ੍ਰਭਾਵ ਪੈ ਰਿਹਾ ਹੈ, ਚਿੰਤਾਜਨਕ ਮਾਹੌਲ ਵੀ ਹੈ। ਇਸ ਦੌਰਾਨ ਜਿਹੜੀ ਸਖਤੀ ਵੀ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਹੈ, ਉਹਨਾਂ ਹਦਾਇਤਾਂ ਦੇ ਬਾਵਜੂਦ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਧਣ ਤੋਂ ਬਾਅਦ ਇਸ ਮੌਕੇ ਅਧਿਕਾਰੀ ਨੇ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਕਿਹਾ ਕਿ ਜਿੰਨੇ ਜ਼ਿਆਦਾ ਛੇਤੀ ਹੋ ਸਕਦਾ ਜਦੋਂ ਉਹਨਾਂ ਦੀ ਵਾਰੀ ਆਉਂਦੀ ਹੈ ਤਾਂ ਟੀਕਾ ਲਗਵਾ ਲਿਆ ਜਾਵੇ। What we need to keep doing, it's up to all of us to take those measures to stop the spread. And that means staying local, keeping small, staying away and getting tested if you have any symptoms at all, and getting vaccinated when your turn comes up. ਅੱਗੇ ਜਾਣਕਾਰੀ ਹੈ, ਜਿਵੇਂ ਕਿ ਅੱਜ ਦੇ ਦਿਨ ਨੂੰ ਪੱਤਰਕਾਰਾਂ ਦੇ ਵਾਸਤੇ ਉਹਨਾਂ ਦੀ ਆਜ਼ਾਦੀ ਨਾਲ ਸੰਬੰਧਿਤ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ, ਤਾਂ ਇਸੇ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਅੱਜ ਖਾਸ ਪੱਤਰਕਾਰਾਂ ਦੇ ਵਾਸਤੇ ਸੰਦੇਸ਼ ਜਾਰੀ ਕੀਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਪੱਤਰਕਾਰਾਂ ਦੇ ਲਈ ਬਿਆਨ ਜਾਰੀ ਕੀਤਾ, ਜਿਵੇਂ ਕਿ ਅੱਜ ਵਰਲਡ ਪ੍ਰੈਸ ਫਰੀडम ਡੇ ਹੈ, ਯਾਨੀ ਕਿ ਪ੍ਰੈਸ ਦੀ ਆਜ਼ਾਦੀ ਸੰਬੰਧੀ ਦਿਨ ਹੈ, ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਿਨ ਨੂੰ ਹਰ ਇੱਕ ਦੇ ਪੱਧਰ ਦੇ ਉੱਤੇ ਮਨਾਇਆ ਜਾਂਦਾ ਹੈ, ਜੋ ਰੋਲ ਕੈਨੇਡਾ ਤੇ ਦੁਨੀਆ ਭਰ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਅਦਾ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਇਸ ਕੰਮ ਦੌਰਾਨ ਸੱਚ ਦੇ ਲਈ ਆਪਣੀਆਂ ਜ਼ਿੰਦਗੀਆਂ ਗਵਾ ਦਿੱਤੀਆਂ। ਇਸ ਸਾਲ ਇਸ ਖਾਸ ਦਿਨ ਨੂੰ ਜਨਤਕ ਭਲਾਈ ਵਜੋਂ ਜਾਣਕਾਰੀ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾ ਰਿਹਾ ਹੈ, ਜਿਸ ਲਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਫ਼, ਵਧੀਆ ਤੇ ਸਹੀ ਜਾਣਕਾਰੀ ਦੀ ਮਹੱਤਤਾ ਦੇ ਬਾਰੇ ਦੱਸਦਾ ਹੈ ਕਿ ਲੋਕਤੰਤਰ ਸਮਾਜ ਦੇ ਵਿੱਚ ਇਸ ਦੀ ਕਿੰਨੀ ਲੋੜ ਹੈ, ਜਿਸ ਸਮਾਜ ਵਿੱਚ ਇਮਾਨਦਾਰੀ, ਸੱਚਾਈ, ਇਨਸਾਫ, ਆਜ਼ਾਦੀ ਤੇ ਮਾਣ ਹੋਣ ਦੀ ਕਦਰ ਹੈ। ਜਿਸ ਲਈ ਕੋਵਿਡ-19 ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਸ ਮਹਾਮਾਰੀ ਨੇ ਦਿਖਾਇਆ ਹੈ ਕਿ ਸਮੇਂ ਸਿਰ ਤੇ ਸਹੀ ਜਾਣਕਾਰੀ ਕਿਸ ਤਰ੍ਹਾਂ ਜ਼ਿੰਦਗੀ ਤੇ ਮੌਤ ਦਰਮਿਆਨ ਦਾ
ਅੰਤਰ ਬਣ ਸਕਦੀ ਹੈ। 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਕਿ ਕਈ ਪੱਤਰਕਾਰ ਲਗਾਤਾਰ ਕੰਮ ਕਰ ਰਹੇ ਨੇ, ਕੋਵਿਡ-19 ਦੇ ਅੰਕੜੇ ਇਕੱਠੇ ਕਰ ਰਹੇ ਨੇ, ਗਲਤ ਜਾਣਕਾਰੀ ਦੇ ਨਾਲ ਲੜ ਵੀ ਰਹੇ ਨੇ ਤੇ ਸਾਰਿਆਂ ਨੂੰ ਜਾਣਕਾਰੀ ਭਰਪੂਰ ਤੇ ਨਾਲ ਹੀ ਸੁਰੱਖਿਅਤ ਰੱਖਣ ਦੇ ਲਈ ਸਹੀ ਜਾਣਕਾਰੀ ਪਹੁੰਚਾ ਰਹੇ ਨੇ, ਜਿਸ ਦੇ ਲਈ ਪੱਤਰਕਾਰਾਂ ਦਾ ਸਾਰੇ ਹੀ ਕੈਨੇਡਾ ਵਾਸੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਧੰਨਵਾਦ ਕੀਤਾ। ਤਾਂ ਉਧਰ ਕੈਨੇਡਾ ਸਰਕਾਰ ਨੇ ਬਜ਼ੁਰਗਾਂ ਦੇ ਵਾਸਤੇ ਵਿੱਤੀ ਪੱਧਰ ਦੇ ਉੱਤੇ ਮਦਦ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਜਿਸ ਲਈ ਕੈਨੇਡਾ ਸਰਕਾਰ ਵੱਲੋਂ OAS ਯਾਨੀ ਕਿ 올ਡ ਏਜ ਸਿਕਿਉਰਿਟੀ ਦੇ ਵਿੱਚ 10% ਤੱਕ ਦਾ ਵਾਧਾ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਕੈਨੇਡਾ ਸਰਕਾਰ ਨੇ ਬਜ਼ੁਰਗਾਂ ਦੇ ਵਾਸਤੇ ਜਾਣਕਾਰੀ ਦਿੱਤੀ ਹੈ ਕਿ 올ਡ ਏਜ ਸਿਕਿਉਰਿਟੀ ਯਾਨੀ ਕਿ OAS 10% ਤੱਕ ਵਧਾਈ ਜਾ ਰਹੀ ਹੈ ਉਹਨਾਂ ਬਜ਼ੁਰਗਾਂ ਦੇ ਵਾਸਤੇ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਜ਼ਿਆਦਾ ਜੁਲਾਈ 2022 ਤੱਕ ਹੋ ਜਾਵੇਗੀ। ਇਸ ਦੌਰਾਨ ਕੈਨੇਡਾ ਸਰਕਾਰ ਨੇ ਜਾਣਕਾਰੀ ਦਿੱਤੀ ਕਿ ਜੋ OAS ਦੇ ਰਾਹੀਂ ਵਿੱਤੀ ਮਦਦ ਹੈ ਉਹ 30 ਲੱਖ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਹੈ, ਜਿਸ ਦੇ ਨਾਲ ਉਹਨਾਂ ਨੂੰ ਵਿੱਤੀ ਪੱਧਰ ਦੇ ਉੱਤੇ ਸਹਾਇਤਾ ਮਿਲਦੀ ਹੈ। ਇਸ ਦੌਰਾਨ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਵਾਰ ਮਿਲਣ ਵਾਲੀ 올ਡ ਏਜ ਸਿਕਿਉਰਿਟੀ ਪੇਮੈਂਟ ਹੈ ਜੋ ਉਹ ਇਸ ਸਾਲ ਯਾਨੀ ਕਿ ਸਾਲ 2021 ਵਿੱਚ ਅਗਸਤ ਮਹੀਨੇ $500 ਦੀ ਮਦਦ ਮਿਲੇਗੀ। ਉਹਨਾਂ ਦੇ ਵਾਸਤੇ ਹੋਵੇਗੀ ਇਹ ਮਦਦ ਜਿਨ੍ਹਾਂ ਦੀ ਉਮਰ 75 ਸਾਲ ਜਾਂ ਇਸ ਤੋਂ ਜ਼ਿਆਦਾ ਜੂਨ 2022 ਤੱਕ ਹੋਵੇਗੀ। ਇਸ ਦੌਰਾਨ ਕੈਨੇਡਾ ਸਰਕਾਰ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਲੌਂਗ ਟਰਮ ਕੇਅਰ ਦੇ ਵਾਸਤੇ ਵੀ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਉਹ ਸੂਬਾ ਸਰਕਾਰਾਂ ਤੇ ਟੈਰੀਟਰੀਜ਼ ਦੇ ਨਾਲ ਮਿਲ ਕੇ ਕੰਮ ਕਰਨਗੇ ਕਿ ਕਿਸ ਤਰ੍ਹਾਂ ਉੱਥੇ ਬਜ਼ੁਰਗਾਂ ਦੇ ਜੋ ਰਹਿਣ ਦੇ ਹਾਲਾਤ ਨੇ ਉਸ ਨੂੰ ਹੋਰ ਜ਼ਿਆਦਾ ਵਧੀਆ ਕੀਤਾ ਜਾ ਸਕਦਾ ਹੈ ਤੇ ਇਸ ਦੇ ਨਾਲ ਹੀ ਜਿਹੜੇ ਬਜ਼ੁਰਗ ਆਪਣੇ ਘਰ ਹੀ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਕਿਸ ਤਰ੍ਹਾਂ ਭਾਈਚਾਰਿਆਂ ਦੇ ਵਿੱਚ ਵੱਖੋ ਵੱਖਰੀਆਂ ਸੰਸਥਾਵਾਂ ਮਦਦ ਕਰ ਸਕਦੀਆਂ ਨੇ, ਜੋ ਉਹਨਾਂ ਨੂੰ ਲੋੜ ਹੋਵੇ ਉਸ ਦੇ ਉੱਤੇ ਵੀ ਕੰਮ ਕੀਤਾ ਜਾਵੇਗਾ। ਅਗਲੀ ਖਬਰ ਹੈ ਕਿ ਸਰੀ ਵਿੱਚ ਜਿਵੇਂ ਕਿ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਣਕਾਰੀ ਦਿੱਤੀ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 19 ਸਾਲਾ ਨੌਜਵਾਨ ਜਿਸ ਤੇ ਗੋਲੀਆਂ ਲੱਗੀਆਂ ਹੋਈਆਂ ਸੀ ਹਸਪਤਾਲ ਦੇ ਵਿੱਚ ਪਹੁੰਚਿਆ ਸੀ, ਉਸਨੇ ਦਮ ਤੋੜ ਦਿੱਤਾ ਹੈ। ਸਰੀ ਵਿੱਚ ਸ਼ੁੱਕਰਵਾਰ ਨੂੰ ਖਬਰ ਸਾਹਮਣੇ ਆਈ ਸੀ ਕਿ ਦੁਪਹਿਰ ਦੇ ਸਮੇਂ ਹਸਪਤਾਲ ਦੇ ਵਿੱਚ ਇੱਕ 19 ਸਾਲ ਦਾ ਨੌਜਵਾਨ ਪਹੁੰਚਿਆ ਜਿਸ ਤੇ ਕਿ ਗੋਲੀ ਲੱਗੀ ਹੋਈ ਸੀ, ਜਿਸ ਦੇ ਬਾਰੇ ਹੁਣ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਜਾਂਚ ਚੱਲੀ ਗਈ ਹੈ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਸ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਕਿਹਾ ਕਿ 30 ਅਪ੍ਰੈਲ ਯਾਨੀ ਕਿ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਦੇ 1:30 ਵਜੇ ਦਾ ਸਮਾਂ ਸੀ ਜਦੋਂ ਇਹ ਵਾਪਰਿਆ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੇ ਕਰਕੇ ਆਮ ਲੋਕਾਂ ਨੂੰ ਕੋਈ ਵੀ ਖਤਰਾ ਨਹੀਂ ਹੈ। ਇਸ ਦੌਰਾਨ ਉਹਨਾਂ ਨੇ ਕਿਹਾ ਮਾਮਲੇ ਦੀ ਜਾਂਚ ਚੱਲ ਰਹੀ ਹੈ। 19 ਸਾਲਾ ਨੌਜਵਾਨ ਨੇ ਦਮ ਤੋੜ ਦਿੱਤਾ ਹੈ ਹਸਪਤਾਲ ਦੇ ਵਿੱਚ, ਜਿਸ ਤੋਂ ਬਾਅਦ ਆਈਹਿਟ ਨੇ ਕਿਹਾ ਕਿ ਇਸ ਮਾਮਲੇ ਨਾਲ ਸੰਬੰਧਿਤ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ 18775514448 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਸਾਲ 2021 ਦੇ ਵਿੱਚ ਇਸ ਸਾਲ ਦੇ ਵਿੱਚ ਯਾਨੀ ਕਿ ਸਰੀ ਦੇ ਅੰਦਰ 5 ਕਤਲ ਹੋ ਚੁੱਕੇ ਨੇ। ਇਸ ਦੌਰਾਨ ਅੰਕੜੇ ਸਾਂਝੇ ਕੀਤੇ ਗਏ ਨੇ ਕਿ ਸਰੀ ਵਿੱਚ ਸਾਲ 2020 ਦੇ ਦੌਰਾਨ 12 ਕਤਲ ਹੋਏ ਨੇ, 2019 ਵਿੱਚ 21 ਕਤਲ ਹੋਏ ਸੀ, 2018 ਵਿੱਚ 15 ਕਤਲ ਹੋਏ ਸੀ ਤੇ ਹੁਣ ਤੱਕ ਦਾ ਰਿਕਾਰਡ ਰਿਹਾ ਹੈ ਕਿ ਸਾਲ 2013 ਵਿੱਚ ਸਰੀ ਦੇ ਅੰਦਰ ਇੱਕੋ ਸਾਲ ਦੇ ਅੰਦਰ 25 ਕਤਲ ਹੋਏ ਸਨ ਤੇ ਇਸ ਸਾਲ ਜਿੱਥੇ ਇੱਕ ਪਾਸੇ ਇਹ 5ਵਾਂ ਮਹੀਨਾ ਚੱਲ ਰਿਹਾ ਹੈ ਤਾਂ ਹੁਣ ਤੱਕ 5 ਕਤਲ ਸਰੀ ਦੇ ਵਿੱਚ ਹੋ ਚੁੱਕੇ ਨੇ। ਤਾਂ ਅਗਲੀ ਖਬਰ ਲੈਂਗਲੀ ਤੋਂ ਹੈ, ਜਿੱਥੇ ਕੁਝ ਘੰਟੇ ਪਹਿਲਾਂ ਹੀ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ। ਲੈਂਗਲੀ ਦੇ ਵਿੱਚ ਵਿਲੋਬਰੂਕ ਮਾਲ ਦੇ ਬਾਹਰ ਗੋਲੀਆਂ ਚੱਲੀਆਂ ਨੇ, ਜਿਸ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੈ। ਲੋਅਰ ਮੇਨਲੈਂਡ ਦੇ ਵਿੱਚ ਇੱਕ ਵਾਰ ਮੁੜ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਦੀ ਦੁਪਹਿਰ ਨੂੰ ਲੈਂਗਲੀ ਦੇ ਵਿਲੋਬਰੂਕ ਮਾਲ ਦੇ ਬਾਹਰ ਗੋਲੀਆਂ ਚੱਲੀਆਂ, ਜਿਸ ਦੇ ਬਾਰੇ ਲੈਂਗਲੀ RCMP ਨੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਦੱਸਿਆ ਕਿ ਦੁਪਹਿਰ ਨੂੰ 3:30 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਗੋਲੀਆਂ ਚੱਲੀਆਂ, ਜਿੱਥੇ ਕਿ ਇੱਕ ਵਿਅਕਤੀ ਦੇ ਗੋਲੀਆਂ ਮਾਰੀਆਂ ਗਈਆਂ ਨੇ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਹੈ। ਇਸ ਦੌਰਾਨ ਉਸ ਵਿਅਕਤੀ ਦੀ ਹਾਲਤ ਹਸਪਤਾਲ ਦੇ ਵਿੱਚ ਗੰਭੀਰ ਬਣੀ ਹੋਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਗੋਲੀਆਂ ਚੱਲੀਆਂ ਤਾਂ 3:30 ਵਜੇ ਦੇ ਕਰੀਬ ਦਾ ਸਮਾਂ ਸੀ ਤੇ ਉਸ ਤੋਂ ਅੱਧਾ ਘੰਟਾ ਕਰੀਬ ਬਾਅਦ 4 ਵਜੇ ਅਧਿਕਾਰੀਆਂ ਨੂੰ ਇੱਕ ਗੱਡੀ ਮਿਲੀ, ਜਿਸ ਨੂੰ ਕਿ ਅੱਗ ਲੱਗੀ ਹੋਈ ਸੀ, ਜੋ ਕਿ ਐਲਡਰਗਰੋਵ ਬੇਰੀ ਫਾਰਮ ਦੇ ਕੋਲ ਮਿਲੀ ਹੈ। ਫਿਲਹਾਲ ਪੁਲਿਸ ਨੇ ਤਾਂ ਪੁਸ਼ਟੀ ਨਹੀਂ ਕੀਤੀ ਕਿ ਜਿਹੜੀ ਗੱਡੀ ਜਲ ਰਹੀ ਮਿਲੀ ਹੈ ਉਹ ਗੋਲੀ ਚੱਲਣ ਦੀ ਇਸ ਘਟਨਾ ਦੇ ਨਾਲ ਹੀ ਸੰਬੰਧਿਤ ਹੈ, ਪਰ ਇਸ ਮੌਕੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਹੁਣ ਤੱਕ ਜਿੰਨੀਆਂ ਵੀ ਅਜਿਹੀਆਂ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਵਿੱਚ ਕੁਝ ਦੇਰ ਬਾਅਦ ਕਿਤੇ ਉਸ ਘਟਨਾ ਸਥਾਨ ਤੋਂ ਦੂਰ ਗੱਡੀ ਨੂੰ ਅੱਗ ਲੱਗੀ ਹੋਈ ਮਿਲੀ ਹੈ ਜਿਹੜੀ ਉਸ ਦੇ ਵਿੱਚ ਸ਼ਾਮਲ ਹੋਵੇ। ਇੱਥੇ ਜ਼ਿਕਰਯੋਗ ਹੈ ਕਿ ਲੈਂਗਲੀ ਦੇ ਵਿੱਚ 2 ਹਫ਼ਤੇ ਪਹਿਲਾਂ ਹੀ ਗੋਲੀ ਚੱਲੀ ਸੀ, ਅਪ੍ਰੈਲ 21 ਨੂੰ ਵੀ, ਜਦੋਂ ਇੱਕ ਕਤਲ ਹੋ ਗਿਆ ਸੀ ਤੇ ਅੱਜ ਜੋ ਗੋਲੀ ਚੱਲੀ ਹੈ ਉਸ ਦੇ ਵਿੱਚ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਲੈਂਗਲੀ RCMP ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਦੇ ਬਾਰੇ ਕੋਈ ਜਾਣਕਾਰੀ ਹੋਵੇ ਕਿ ਕਿਸੇ ਕੋਲ ਗੱਡੀ ਦੀ ਡੈਸ਼ਕੈਮ ਫੁਟੇਜ ਵੀ ਹੋਵੇ ਤਾਂ ਉਹਨਾਂ ਦੇ ਨਾਲ 604 532 3200 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਅਗਲੀ ਖਬਰ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦੇ ਵਾਸਤੇ ਹੈ। ਦਰਅਸਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਐਮਰਜੈਂਸੀ ਜੋ ਟੈਕਸਟ ਦੇ ਵਾਸਤੇ ਟੈਸਟ ਕੀਤਾ ਜਾਂਦਾ ਹੈ, ਉਹ 5 ਮਈ ਨੂੰ ਕੀਤਾ ਜਾਣ ਵਾਲਾ ਹੈ। ਇਸ ਦੌਰਾਨ 1:55 ਦਾ ਸਮਾਂ ਦੁਪਹਿਰ ਦਾ ਕਰੀਬ ਬੁੱਧਵਾਰ ਦੇ ਦਿਨ ਤੁਹਾਡੇ ਫੋਨ ਦੇ ਉੱਤੇ ਜੇਕਰ ਕੋਈ ਐਮਰਜੈਂਸੀ ਟੈਕਸਟ ਆਉਂਦਾ ਹੈ ਤਾਂ ਉਸ ਨੂੰ ਦੇਖ ਕੇ ਡਰਿਆ ਨਾ ਜਾਵੇ। ਦਰਅਸਲ ਉਹ ਟੈਸਟ ਕੀਤਾ ਜਾ ਰਿਹਾ ਹੈ। ਸਮੇਂ-ਸਮੇਂ ਦੇ ਉੱਤੇ ਇਸ ਅਲਰਟ ਦਾ ਟੈਸਟ ਕੀਤਾ ਜਾਂਦਾ ਹੈ, ਜੋ ਕਿ ਬ੍ਰਿਟਿਸ਼ ਕੋਲੰਬੀਆ ਐਮਰਜੈਂਸੀ ਅਲਰਟਿੰਗ ਸਿਸਟਮ ਹੈ, ਜਿਸ ਦੇ ਰਾਹੀਂ ਜੇਕਰ ਕਦੀ ਵੀ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਜਾਣਕਾਰੀ ਦੇਣ ਦੇ ਵਾਸਤੇ ਇਸ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਤਾਂ ਉਸ ਸਿਸਟਮ ਨੂੰ ਸਮੇਂ-ਸਮੇਂ ਦੇ ਉੱਤੇ ਟੈਸਟ ਕੀਤਾ ਜਾਂਦਾ ਹੈ ਤੇ ਜੇਕਰ ਬੁੱਧਵਾਰ ਦੇ ਦਿਨ ਤੁਹਾਡੇ ਫੋਨ ਦੇ ਉੱਤੇ ਕੋਈ ਵੀ ਅਲਰਟ ਆਉਂਦਾ ਹੈ, ਐਮਰਜੈਂਸੀ ਅਲਰਟ ਉਸ ਦੇ ਉੱਤੇ ਲਿਖਿਆ ਹੁੰਦਾ ਹੈ, ਤਾਂ ਉਸ ਨੂੰ ਦੇਖ ਕੇ ਡਰਨ ਦੀ ਲੋੜ ਨਹੀਂ ਹੈ। ਦਰਅਸਲ ਉਹ ਟੈਸਟ ਕੀਤਾ ਜਾ ਰਿਹਾ ਹੋਵੇਗਾ ਅਧਿਕਾਰੀਆਂ ਦੇ ਵੱਲੋਂ। ਅੱਗੇ ਜਾਣਕਾਰੀ ਹੈ ਕਿ ਵਾਈਟ ਰੌਕ ਦੀ ਸਿਟੀ ਦੇ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਨੇ ਇੱਥੇ ਕਿਹਾ ਕਿ ਜਿਹੜੇ ਵੀ ਲੋਕ ਉੱਥੇ ਘੁੰਮਣ ਆਉਂਦੇ ਨੇ ਸੈਲਾਨੀਆਂ ਦੇ ਵਾਸਤੇ ਖਾਸ ਤੌਰ ਦੇ ਉੱਤੇ ਕਿਹਾ ਗਿਆ ਹੈ ਕਿ ਅਲਰਟੇਬਲ ਇੱਕ ਐਪਲੀਕੇਸ਼ਨ ਹੈ। ਦਰਅਸਲ ਉਸ ਐਪਲੀਕੇਸ਼ਨ ਦੇ ਵਿੱਚ ਸਿਰਫ ਉਹ ਥਾਂ ਨਹੀਂ ਸਗੋਂ ਕਈ ਹੋਰ ਥਾਵਾਂ ਨੇ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਕਾਰੀ ਦੇਖ ਸਕਦੇ ਹੋ ਕਿ ਜਿਵੇਂ ਕਿ ਇੱਕ ਵਾਰ ਪਹਿਲਾਂ ਤੂਫਾਨ ਆਇਆ ਸੀ ਜਿਸ ਦੇ ਕਰਕੇ ਕਾਫੀ ਨੁਕਸਾਨ ਵੀ ਹੋ ਗਿਆ ਸੀ ਤੇ ਅਜਿਹੇ ਵਿੱਚ ਜੇਕਰ ਕੋਈ ਅਜਿਹਾ ਮਾਹੌਲ ਹੋਵੇ ਤਾਂ ਕਿਤੇ ਕਿਸੇ ਨੂੰ ਕੋਈ ਖਤਰਾ ਤਾਂ ਨਹੀਂ ਹੈ ਤਾਂ ਇਸ ਨੂੰ ਲੈ ਕੇ ਪਹਿਲਾਂ ਉਸ ਐਪਲੀਕੇਸ਼ਨ ਦੇ ਰਾਹੀਂ ਜਾਣਕਾਰੀ ਲਈ ਜਾ ਸਕਦੀ ਹੈ। ਅਲਰਟੇਬਲ ਉਸ ਐਪਲੀਕੇਸ਼ਨ ਦਾ ਨਾਮ ਹੈ ਜਿਸ ਨੂੰ ਕਿ ਆਪੋ ਆਪਣੇ ਫੋਨਸ ਦੇ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ, ਜਿਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੇ ਵਿੱਚ ਤੁਸੀਂ ਮੌਸਮ ਨੂੰ ਲੈ ਕੇ ਤੇ ਉਸ ਥਾਂ ਦੇ ਉਸ ਸਮੇਂ ਦੇ ਹਾਲਾਤ ਨੂੰ ਲੈ ਕੇ ਪੂਰੀ ਜਾਣਕਾਰੀ ਲੈ ਸਕਦੇ ਹੋ। ਤੇ ਵਾਈਟ ਰੌਕ ਦੇ ਵਿੱਚ ਜਿਵੇਂ ਕਿ ਵਾਈਟ ਰੌਕ ਪੀਅਰ ਇੱਕ ਵਾਰ ਕਾਫੀ ਜ਼ਿਆਦਾ ਤੂਫਾਨ ਆਉਣ ਦੇ ਕਰਕੇ ਟੁੱਟ ਗਿਆ ਸੀ ਤਾਂ ਉਸ ਸਮੇਂ ਬਾਰ-ਬਾਰ ਸੈਲਾਨੀਆਂ ਨੂੰ ਕਿਹਾ ਜਾ ਰਿਹਾ ਸੀ ਕਿ ਉਸ ਥਾਂ ਦੇ ਉੱਤੇ ਨਾ ਆਇਆ ਜਾਵੇ, ਜੋ ਕਿ ਖਤਰਨਾਕ ਸਾਬਤ ਹੋ ਸਕਦਾ ਹੈ। ਤੇ ਕੁਝ ਇਸੇ ਤਰ੍ਹਾਂ ਭਵਿੱਖ ਦੇ ਵਿੱਚ ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਜਾਂ ਫਿਰ ਜੇਕਰ ਤੂਫਾਨ ਆਉਣ ਦੀ ਵੀ ਕੋਈ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਪਹਿਲਾਂ ਤੋਂ, ਤਾਂ ਉਸ ਦੇ ਬਾਰੇ ਸੁਖਾਲੇ ਤਰੀਕੇ ਨਾਲ ਜਾਣਕਾਰੀ ਮਿਲ ਸਕੇ ਤੇ ਤੁਸੀਂ ਆਪ ਕਿਸੇ ਖਤਰੇ ਦੇ ਵਿੱਚ ਨਾ ਪਵੋ, ਤਾਂ ਇਸ ਸੰਬੰਧੀ ਜਾਣਕਾਰੀ ਅਲਰਟੇਬਲ ਐਪਲੀਕੇਸ਼ਨ ਦੇ ਰਾਹੀਂ ਲੈ ਸਕਦੇ ਹੋ। ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਦੇ ਵਾਸਤੇ ਅੱਜ ਇੱਕ ਹੋਰ ਖਾਸ ਸੰਦੇਸ਼ ਜਾਰੀ ਕੀਤਾ, ਜਿਸ ਦੇ ਵਿੱਚ ਮਾਨਸਿਕ ਪੱਧਰ ਦੇ ਉੱਤੇ ਜੋ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਦੇ ਵਾਸਤੇ ਤੇ ਹਰ ਕੈਨੇਡਾ ਵਾਸੀ ਕਿਵੇਂ ਇੱਕ ਦੂਜੇ ਦੀ ਮਦਦ ਕਰ ਸਕਦਾ ਹੈ, ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਤੇ ਤੰਦਰੁਸਤ ਬਣਾਉਣ ਦੇ ਵਾਸਤੇ ਇੱਕ ਦੂਜੇ ਨੂੰ ਉਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹੜੀਆਂ ਗੱਲਾਂ ਕਹੀਆਂ ਤੁਹਾਨੂੰ ਸੁਣਾਉਂਦੇ ਹਾਂ। ਕੈਨੇਡਾ ਭਰ ਵਿੱਚ ਇਹ ਹਫ਼ਤਾ ਮਾਨਸਿਕ ਸਿਹਤ ਨੂੰ ਸਮਰਪਿਤ ਮਨਾਇਆ ਜਾ ਰਿਹਾ ਹੈ, ਜਿਸ ਦੇ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਦੇ ਲਈ ਸੰਦੇਸ਼ ਜਾਰੀ ਕੀਤਾ, ਜਿਨ੍ਹਾਂ ਕਿਹਾ ਕਿ ਇਹ ਮੌਕਾ ਹੈ ਕਿ ਆਪਣੀ ਮਾਨਸਿਕ ਸਥਿਤੀ ਨੂੰ ਲੈ ਕੇ ਜੋ ਵੀ ਕੋਈ ਮਹਿਸੂਸ ਕਰਦਾ ਹੋਵੇ ਉਹ ਉਸ ਅਹਿਸਾਸ ਨੂੰ ਦੱਸ ਸਕਦਾ ਹੈ। ਜਿਨ੍ਹਾਂ ਕਿਹਾ ਕਿ ਉਹ ਜਾਣਦੇ ਨੇ ਕਿ ਇਸ ਸਾਲ ਸਾਰੇ ਹੀ ਕਾਫੀ ਮੁਸ਼ਕਲਾਂ ਦੇ ਵਿੱਚੋਂ ਲੰਘੇ ਨੇ। ਕੋਵਿਡ-19 ਮਹਾਮਾਰੀ ਦੇ ਕਰਕੇ ਸਾਰਿਆਂ ਦੀ ਜ਼ਿੰਦਗੀ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ। ਇਸ ਬਦਲਾਅ ਦੇ ਨਾਲ ਕਈਆਂ ਨੂੰ ਇਸ ਮੌਕੇ ਕਾਫੀ ਜ਼ਿਆਦਾ ਮਾਨਸਿਕ ਤੌਰ ਤੇ ਪਰੇਸ਼ਾਨੀ ਵੀ ਵਧੀ ਹੋਵੇਗੀ। ਪਰ ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਕਿਹਾ ਕਿ ਉਹ ਇਕੱਲੇ ਨਹੀਂ ਨੇ। ਇਸ ਸਮੇਂ ਸਾਰੇ ਹੀ ਇਸ ਚੁਣੌਤੀਆਂ ਭਰੇ ਸਮੇਂ ਦੇ ਵਿੱਚੋਂ ਇਕੱਠਿਆਂ ਲੰਘ ਰਹੇ ਨੇ ਤੇ ਸਰਕਾਰ ਦੇ ਵਜੋਂ ਉਹ ਮਦਦ ਦੇ ਲਈ ਮੌਜੂਦ ਨੇ। ਉਹਨਾਂ ਕਿਹਾ ਕਿ ਉਹ ਜਾਣਦੇ ਨੇ ਕਿ ਮਾਨਸਿਕ ਤੰਦਰੁਸਤੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਕਿੰਨੀ ਜ਼ਿਆਦਾ ਜ਼ਰੂਰੀ ਹੈ ਤੇ ਉਹਨਾਂ ਨੇ ਕਿਹਾ ਕਿ ਮਾਨਸਿਕ ਤੰਦਰੁਸਤੀ ਸਿਰਫ ਹਮੇਸ਼ਾ ਖੁਸ਼ ਰਹਿਣ ਦੇ ਬਾਰੇ ਨਹੀਂ ਹੁੰਦੀ, ਸਗੋਂ ਇਸ ਦੇ ਵਿੱਚ ਮਨੁੱਖੀ ਅਹਿਸਾਸ ਹਰ ਤਰ੍ਹਾਂ ਦਾ ਸ਼ਾਮਲ ਹੁੰਦਾ ਹੈ, ਜਿਸ ਦੇ ਵਿੱਚ ਬੇਚੈਨ ਹੋਣਾ ਵੀ ਸੁਭਾਵਿਕ ਹੈ। ਇਸ ਤਰ੍ਹਾਂ ਦੇ ਅੰਕੜੇ ਨੇ ਕਿ ਕੈਨੇਡਾ ਵਿੱਚ ਹਰ 5 ਵਿਅਕਤੀਆਂ ਤੋਂ ਬਾਅਦ ਇੱਕ ਵਿਅਕਤੀ ਮਾਨਸਿਕ ਤੌਰ ਦੇ ਉੱਤੇ ਬਿਮਾਰ ਹੈ, ਜਿਸ ਦੇ ਵਾਸਤੇ ਉਹਨਾਂ ਨੇ ਕੈਨੇਡਾ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਆਲੇ ਦੁਆਲੇ ਜਿਹੜੇ ਵੀ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀ ਦੇ ਨਾਲ ਜੂਝ ਰਹੇ ਨੇ ਉਹਨਾਂ ਦੀ ਮਦਦ ਕਰਨ। ਤੇ ਇਹੋ ਕਾਰਨ ਹੈ ਕਿ ਕੈਨੇਡਾ ਸਰਕਾਰ ਨੇ ਕੈਨੇਡਾ ਵਾਸੀਆਂ ਦੇ ਲਈ ਮਾਨਸਿਕ ਤੌਰ ਦੇ ਉੱਤੇ ਸਿਹਤ ਨੂੰ ਤੰਦਰੁਸਤ ਬਣਾਉਣ ਦੇ ਵਾਸਤੇ ਨਿਵੇਸ਼ ਵੀ ਕੀਤਾ ਹੈ, ਜਿਸ ਦੇ ਵਿੱਚ ਵੈਲਨੈਸ ਟੂਗੇਦਰ ਵਰਗੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਗਏ, ਜੋ ਕਿ ਇੱਕ ਫ੍ਰੀ ਆਨਲਾਈਨ ਪੋਰਟਲ ਹੈ ਜਿਸ ਦੇ ਰਾਹੀਂ ਮਾਨਸਿਕ ਸਿਹਤ ਸੰਬੰਧੀ ਮਦਦ ਮਿਲਦੀ ਹੈ, ਸਹੂਲਤਾਂ ਮਿਲਦੀਆਂ ਨੇ। ਜਿਸ ਦੌਰਾਨ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਮੂਲ ਨਿਵਾਸੀ ਭਾਈਚਾਰਿਆਂ ਦੇ ਵਿੱਚ ਵੀ ਨਿਵੇਸ਼ ਕੀਤਾ ਗਿਆ ਹੈ ਤਾਂ ਕਿ ਮੈਂਟਲ ਹੈਲਥ ਸਰਵਿਸਿਜ਼ ਨੇ ਜੋ ਉਹਨਾਂ ਨੂੰ ਹੋਰ ਅੱਗੇ ਪਹੁੰਚਾਇਆ ਜਾ ਸਕੇ। ਤੇ ਇਸ ਦੌਰਾਨ ਨੌਜਵਾਨਾਂ ਵਾਸਤੇ ਵੀ ਇਹਨਾਂ ਸਹੂਲਤਾਂ ਨੂੰ ਅੱਗੇ ਪਹੁੰਚਾਉਣ ਦੇ ਵਾਸਤੇ ਤੇ ਨਾਲ ਹੀ ਬੱਚਿਆਂ ਦੀ ਮਦਦ ਦੇ ਵਾਸਤੇ ਵੀ ਸਰਵਿਸਿਜ਼ ਮੌਜੂਦ ਨੇ। ਤੇ ਸਾਲ 2021 ਦੇ ਬਜਟ ਦੇ ਵਿੱਚ ਵੀ ਇਸ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਸੀ, ਜਿਸ ਦੇ ਵਾਸਤੇ ਇੱਕ ਹਿੱਸਾ ਰੱਖਿਆ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਵਰਗਾਂ ਦੀ ਵੀ ਗੱਲ ਕੀਤੀ ਜੋ ਕਿ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰਦੇ ਨੇ ਜਾਂ ਫਿਰ ਕਈਆਂ ਨੂੰ ਨਸਲੀ ਟਿੱਪਣੀਆਂ ਜਾਂ ਨਸਲੀ ਭੇਦਭਾਵ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦੇ ਵਿੱਚ ਉਹਨਾਂ ਨੇ ਨੌਜਵਾਨ, ਬਜ਼ੁਰਗ ਤੇ ਨਾਲ ਹੀ ਸਿਹਤ ਕਾਮੇ, ਮੂਲ ਨਿਵਾਸੀ ਇਹਨਾਂ ਦਾ ਵੀ ਜ਼ਿਕਰ ਕੀਤਾ, ਜਿਸ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਰੇ ਹੀ ਕੈਨੇਡਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਸਾਰੇ ਇੱਕ ਦੂਜੇ ਦੇ ਨਾਲ ਮਿਲ ਕੇ
ਸਿਹਤ ਨਾਲ ਸੰਬੰਧਿਤ ਮਾਨਸਿਕ ਪੱਧਰ ਦੇ ਉੱਤੇ ਇੱਕ ਦੂਜੇ ਦੀ ਮਦਦ ਕਰ ਸਕਦੇ ਨੇ ਤੇ ਜਿਸ ਨੂੰ ਸਮਰਪਿਤ ਇਹ ਹਫਤਾ ਮਨਾਇਆ ਵੀ ਜਾ ਰਿਹਾ ਹੈ। Hello everyone. ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।